ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸ ਟੀਵੀ। ਮੈਂ ਬरुण कौर मान। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਮੈਕਸ ਦੇ ਰੀਅਲਟਰ ਗੁਰਜਿਤਿੰਦਰ ਸਿੰਘ ਰੰਧਾਵਾ, ਜਿਨ੍ਹਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵੀ ਜਾ ਸਕਦੀ ਹੈ, ਵੇਚੀ ਵੀ ਜਾ ਸਕਦੀ ਹੈ। ਇਹਨਾਂ ਦੇ ਫੋਨ ਨੰਬਰ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਤੇ ਹੁਣ ਪੇਸ਼ ਨੇ ਪਹਿਲਾਂ ਚੋਣ ਦੀਆਂ ਖਬਰਾਂ। ਭਾਰਤ ਵਿੱਚ ਵੀਜ਼ਾ ਜਾਰੀ ਕਰਨ ਦੇ ਲਈ ਉਡੀਕ ਸਮਾਂ ਘਟਾਉਣ ਦੀਆਂ ਕੋਸ਼ਿਸ਼ਾਂ ਜਾਰੀ। ਅਮਰੀਕਾ ਦਾ ਬਿਆਨ। जो बाइडन ਨੂੰ ਮਾਰਨ ਅਤੇ ਵਾਈਟ ਹਾਊਸ ਨੂੰ ਉਡਾਉਣ ਦੀ ਧਮਕੀ ਦੇਣ ਵਾਲੇ ਨੂੰ ਸੁਣਾਈ ਗਈ ਸਜ਼ਾ। ਭਾਰਤ ਨੂੰ ਮਿਲੀ G20 ਦੀ ਪ੍ਰਧਾਨਗੀ। ਖੁਸ਼ ਹੋਏ ਬਾਈਡਨ ਨੇ ਕਿਹਾ, ਮੈਂ ਆਪਣੇ ਦੋਸਤ ਦਾ ਸਮਰਥਨ ਕਰਨ ਲਈ ਉਤਸੁਕ ਹਾਂ। ਬਾਈਡਨ ਤੇ ਮੈਕਰੋ ਨੇ ਰੂਸ ਖਿਲਾਫ ਏਕਤਾ ਕਾਇਮ ਰੱਖਣ ਦਾ ਲਿਆ ਸੰਕਲਪ। ਯੂਕਰੇਨ ਵਿੱਚ ਖਤਮ ਹੋਵੇਗੀ ਮਹਾ ਜੰਗ। ਬਾਈਡਨ ਮਗਰੋਂ ਪੁਤਿਨ ਵੀ ਗੱਲਬਾਤ ਨੂੰ ਹੋਈ ਰਾਜ਼ੀ। ਦੁਨੀਆ ਦੇ ਸਾਹਮਣੇ ਆਈ ਅਮਰੀਕਾ ਦੇ ਨਵੇਂ ਪਰਮਾਣੂ ਬੰਬਾਰ ਜਹਾਜ਼ B-21 ਰੇਡਰ ਦੀ ਪਹਿਲੀ ਝਲਕ। UN ਵਿੱਚ ਬੋਲਿਆ ਭਾਰਤ, ਲੋਕਤੰਤਰ ਤੇ ਅਸੀਂ ਕੀ ਕਰਨਾ ਹੈ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ। ਅਮਰੀਕਾ ਵਿੱਚ ਕਾਰਾਂ ਨਾਲ ਟਕਰਾਉਣ ਮਗਰੋਂ ਘਰ ਵਿੱਚ ਦਾਖਲ ਹੋਈ ਸਕੂਲ ਬੱਸ। ਪ੍ਰਮਾਤਮਾ ਨੇ ਹੱਥ ਦੇ ਕੇ ਬਚਾਏ ਬੱਚੇ। ਅਮਰੀਕੀ ਅਦਾਲਤ ਵੱਲੋਂ ਟਰੰਪ ਨੂੰ ਵੱਡਾ ਝਟਕਾ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ ਵੀ। ਅਮਰੀਕਾ ਵੱਲੋਂ ਭਾਰਤ ਵਿੱਚ ਵੀਜ਼ਾ ਜਾਰੀ ਕਰਨ ਦੇ ਲਈ ਲੰਬੇ ਸਮੇਂ ਦੀ ਉਡੀਕ ਕਰਨ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਜ਼ੋਰਦਾਰ ਕੋਸ਼ਿਸ਼ਾਂ ਜਾਰੀ ਨੇ। ਭਾਰਤ ਵਿੱਚ ਅਮਰੀਕਾ ਦੀ ਰਾਜਦੂਤ ਐਲਿਜ਼ਾਬੈਥ ਜੌਨਸ ਨੇ ਸ਼ੁੱਕਰਵਾਰ ਨੂੰ ਮੰਨਿਆ ਕਿ ਭਾਰਤ ਵਿੱਚ ਵੱਡੀ ਗਿਣਤੀ ਵੀਜ਼ਿਆਂ ਦੀ ਮੰਗ ਦੇ ਚਲਦਿਆਂ ਸਥਿਤੀ ਬਹੁਤ ਮਾੜੀ ਹੈ। ਨਵ ਨਿਯੁਕਤ ਕੂਟਨੀਤਿਕ ਨੇ ਦੱਸਿਆ ਕਿ ਮੁੱਦਾ ਵਾਸ਼ਿੰਗਟਨ ਦੇ ਦਿਮਾਗ ਵਿੱਚ ਸਭ ਤੋਂ ਉੱਪਰ ਹੈ ਅਤੇ ਇਸ ਸਮੱਸਿਆ ਦੇ ਹੱਲ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ। ਇਸ ਲਈ ਹੋਰ ਵੀਜ਼ਾ ਸਲਾਹਕਾਰਾਂ ਦੀ ਭਰਤੀ ਦੇ ਸਿਖਲਾਈ ਸ਼ੁਰੂ ਕੀਤੀ ਜਾ ਰਹੀ ਹੈ। ਭਾਰਤ ਵਿੱਚ ਪਹਿਲੀ ਵਾਰ ਅਮਰੀਕਾ ਲਈ ਵੀਜ਼ਾ ਬਿਨੇਕਾਰਾਂ, ਖਾਸ ਤੌਰ ਤੇ B1 ਤੇ B2 ਸ਼੍ਰੇਣੀਆਂ ਅਧੀਨ ਅਪਲਾਈ ਕਰਨ ਵਾਲਿਆਂ ਨੂੰ ਲੰਬਾ ਸਮਾਂ ਉਡੀਕ ਕਰਨੀ ਪੈ ਰਹੀ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੂੰ ਅਦਾਲਤ ਨੇ ਸਖਤ ਸਜ਼ਾ ਸੁਣਾਈ ਹੈ। ਮੁਲਜ਼ਮ ਨੇ ਰਾਸ਼ਟਰਪਤੀ ਦੀ ਰਿਹਾਇਸ਼ ਵਾਈਟ ਹਾਊਸ ਨੂੰ ਉਡਾਉਣ ਦੀ ਧਮਕੀ ਵੀ ਦਿੱਤੀ ਸੀ। ਉਸ ਨੂੰ 33 ਮਹੀਨਿਆਂ ਦੀ ਕੈਦ ਅਤੇ $7500 ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਜਾਰਜੀਆ ਦੀ ਜ਼ਿਲ੍ਹਾ ਅਦਾਲਤ ਨੇ ਬੁੱਧਵਾਰ ਨੂੰ ਮੁਲਜ਼ਮ ਟ੍ਰੈਵਿਸ ਬॉल ਨੂੰ ਦੋਸ਼ੀ ਕਰਾਰ ਦਿੱਤਾ। ਉਸ ਨੂੰ 33 ਮਹੀਨਿਆਂ ਦੀ ਕੈਦ ਅਤੇ $7500 ਦਾ ਜੁਰਮਾਨਾ ਕੀਤਾ ਗਿਆ। ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਸ ਨੂੰ 3 ਸਾਲ ਨਿਗਰਾਨੀ ਹੇਠ ਰੱਖਣ ਦਾ ਹੁਕਮ ਦਿੱਤਾ ਗਿਆ। ਉਹ ਵਾਟਸਨਵਿਲੇ, ਜਾਰਜੀਆ ਦਾ ਵਸਨੀਕ ਹੈ। ਟ੍ਰੈਵਿਸ ਬॉल ਨੂੰ ਮੱਧ ਜਾਰਜੀਆ ਜ਼ਿਲ੍ਹੇ ਦੇ ਮੁੱਖ ਜੱਜ ਮਾਰਕ ਟ੍ਰੈਡਵੈਲ ਨੇ ਦੋਸ਼ੀ ਠਹਿਰਾਇਆ। ਭਾਰਤ ਨੂੰ ਅਮਰੀਕਾ ਦਾ ਮਜ਼ਬੂਤ ਭਾਈਵਾਲ ਦੱਸਦੇ ਹੋਏ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਾਰਤ ਦੀ G20 ਦੀ ਪ੍ਰਧਾਨਗੀ ਦੌਰਾਨ ਆਪਣੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕਰਨ ਦੇ ਲਈ ਉਤਸੁਕ ਨੇ। ਭਾਰਤ ਦੀ G20 ਦੀ ਪ੍ਰਧਾਨਗੀ ਵੀਰਵਾਰ ਨੂੰ ਅਧਿਕਾਰਤ ਤੌਰ ਤੇ ਸ਼ੁਰੂ ਹੋਈ ਹੈ। ਬਾਈਡਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਅਮਰੀਕਾ ਦਾ ਇੱਕ ਮਜ਼ਬੂਤ ਭਾਈਵਾਲ ਹੈ ਅਤੇ ਮੈਂ ਭਾਰਤ ਦੀ G20 ਪ੍ਰਧਾਨਗੀ ਦੌਰਾਨ ਆਪਣੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਕਰਨ ਦੇ ਲਈ ਉਤਸੁਕ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਸੀਗਾ ਕਿ ਭਾਰਤ ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ ਦੇ ਵਿਸ਼ੇ ਤੋਂ ਪ੍ਰੇਰਿਤ ਹੋ ਕੇ ਏਕਤਾ ਨੂੰ ਉਤਸ਼ਾਹਿਤ ਕਰਨ ਦੇ ਲਈ ਕੰਮ ਕਰੇਗਾ ਅਤੇ ਅੱਤਵਾਦ, ਜਲਵਾਯੂ ਤਬਦੀਲੀ, ਮਹਾਮਾਰੀ ਨੂੰ ਸਭ ਤੋਂ ਵੱਡੀਆਂ ਚੁਣੌਤੀਆਂ ਦੇ ਤੌਰ ਤੇ ਸੂਚੀਬੱਧ ਕਰੇਗਾ, ਜਿਨ੍ਹਾਂ ਦਾ ਇਕੱਠੇ ਮਿਲ ਕੇ ਬਿਹਤਰ ਤਰੀਕੇ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਲੇਖ ਵਿੱਚ ਕਿਹਾ ਕਿ ਭਾਰਤ ਦਾ G20 ਏਜੰਡਾ ਸਮਾਵੇਸ਼ੀ, ਅਭਿਲਾਸ਼ੀ, ਕਾਰਵਾਈ ਆਧਾਰਿਤ ਅਤੇ ਨਿਰਣਾਇਕ ਹੋਏਗਾ। ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਰੇਖਾਂਕਿਤ ਕੀਤਾ ਹੈ ਕਿ ਦੋਵਾਂ ਦੇਸ਼ ਜਲਵਾਯੂ, ਊਰਜਾ ਤੇ ਖਾਦ ਸੰਕਟ ਵਰਗੀਆਂ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਦੇ ਹੋਏ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਨੂੰ ਅੱਗੇ ਵਧਾਉਣਗੇ। ਰਾਜ ਸਰਕਾਰ ਦੇ ਮੁਖੀਆਂ ਦੇ ਪੱਧਰ ਤੇ ਅਗਲਾ G20 ਨੇਤਾਵਾਂ ਦਾ ਸੰਮੇਲਨ 9 ਅਤੇ 10 ਸਤੰਬਰ ਨੂੰ ਦਿੱਲੀ ਵਿੱਚ ਹੋਣ ਵਾਲਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਯੂਕਰੇਨ ਦੀ ਜੰਗ ਤੇ ਰੂਸ ਖਿਲਾਫ ਸਾਂਝਾ ਮੋਰਚਾ ਕਾਇਮ ਰੱਖਣ ਦਾ ਸੰਕਲਪ ਲਿਆ। ਦੋਵਾਂ ਆਗੂਆਂ ਨੇ ਇਸ ਸੰਕਲਪ ਅਮਰੀਕਾ ਤੇ ਯੂਰਪ ਵਿੱਚ ਯੂਕਰੇਨ ਦੀ ਜੰਗ ਵਿਰੁੱਧ ਸਮਰਥਨ ਘੱਟ ਹੋਣ ਦੀਆਂ ਵਧੀਆਂ ਚਿੰਤਾਵਾਂ ਦਰਮਿਆਨ ਲਿਆ। ਬਾਈਡਨ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ ਆਪਣੇ ਜਲਵਾਯੂ ਕਾਨੂੰਨ ਦੇ ਪਹਿਲੂਆਂ ਨੂੰ ਬਦਲਣ ਦੇ ਲਈ ਤਿਆਰ ਹੋ ਸਕਦੇ ਨੇ, ਜਿਨ੍ਹਾਂ ਤੇ ਫਰਾਂਸ ਅਤੇ ਉਸਦੇ ਯੂਰਪੀ ਭਾਈਵਾਲਾਂ ਨੇ ਚਿੰਤਾ ਜ਼ਾਹਿਰ ਕੀਤੀ ਹੈ। ਬਾਈਡਨ ਨੇ ਮੈਕਰੋ ਦੇ ਸਨਮਾਨ ਵਜੋਂ ਬੀਤੀ ਸ਼ਾਮ ਸਰਕਾਰੀ ਰਾਤਰੀ ਭੋਜ ਦਿੱਤਾ। ਰਿਪਬਲਿਕਨਾਂ ਨੇ ਯੂਕਰੇਨ ਦੇ ਅਰਬਾਂ ਖਰਚ ਕਰਨ ਦੇ ਲਈ ਬਾਈਡਨ ਨਾਲੋਂ ਘੱਟ ਇੱਛਾ ਦਿਖਾਈ ਹੈ।
ਉਧਰ ਡੈਮੋਕ੍ਰੈਟਿਕ ਕਾਨੂੰਨ ਘਾੜਿਆਂ ਨੇ ਕਿਹਾ ਹੈ ਕਿ ਉਹ ਜਲਵਾਯੂ ਕਾਨੂੰਨ ਵਾਪਸ ਲੈਣ ਦੇ ਹੱਕ ਵਿੱਚ ਨਹੀਂ ਹਨ। 9 ਮਹੀਨਿਆਂ ਤੋਂ ਚੱਲ ਰਹੀ ਯੂਕਰੇਨ ਵਿੱਚ ਜੰਗ ਹੁਣ ਰੁਕਣ ਦੇ ਅਸਾਰ ਨੇ। ਬੀਤੇ 2 ਦਿਨਾਂ ਦੇ ਘਟਨਾਕ੍ਰਮ ਤੋਂ ਅਜਿਹਾ ਹੀ ਲੱਗ ਰਿਹਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀਰਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੂੰ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ ਜੇ ਪੁਤਿਨ ਚਾਹਣ ਤਾਂ ਉਹ ਗੱਲਬਾਤ ਲਈ ਤਿਆਰ ਨੇ। ਹੁਣ ਉਹਨਾਂ ਦੀ ਇਸ ਗੱਲ ਤੇ ਰੂਸੀ ਰਾਸ਼ਟਰਪਤੀ ਭਵਨ ਕ੍ਰੈਮਲਿਨ ਵੱਲੋਂ ਪੋਜ਼ਿਟਿਵ ਜਵਾਬ ਆਇਆ। ਰੂਸੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਰੂਸ ਯੂਕਰੇਨ ਸੰਕਟ ਦੇ ਹੱਲ ਲਈ ਗੱਲਬਾਤ ਲਈ ਤਿਆਰ ਹੈ, ਪਰ ਉਹ ਗੱਲਬਾਤ ਲਈ ਅਮਰੀਕਾ ਦੀਆਂ ਪਹਿਲਾਂ ਦੀਆਂ ਸ਼ਰਤਾਂ ਨੂੰ ਸਵੀਕਾਰ ਨਹੀਂ ਕਰਦਾ। ਰੂਸ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕਿਸੇ ਵੀ ਹਾਲਾਤ ਵਿੱਚ ਗੱਲਬਾਤ ਨਹੀਂ ਕਰੇਗਾ। ਰੂਸ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਗੱਲਬਾਤ ਦੀਆਂ ਸ਼ਰਤਾਂ ਨੂੰ ਖਾਰਜ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ। ਰੂਸੀ ਬੁਲਾਰੇ ਦਮਿਤਰੀ ਪੇਸਕੋਵ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਰੂਸ ਯੂਕਰੇਨ ਸੰਕਟ ਦੇ ਹੱਲ ਲਈ ਕੂਟਨੀਤਿਕ ਤਰੀਕੇ ਨੂੰ ਤਰਜੀਹ ਦਿੰਦਾ ਹੈ, ਪਰ ਉਹ ਅਮਰੀਕਾ ਦੀਆਂ ਸ਼ਰਤਾਂ ਨੂੰ ਸਵੀਕਾਰ ਨਹੀਂ ਕਰੇਗਾ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀਗਾ ਕਿ ਰੂਸ ਦੇ ਯੂਕਰੇਨ ਛੱਡਣ ਤੋਂ ਬਾਅਦ ਹੀ ਗੱਲਬਾਤ ਸੰਭਵ ਹੋਏਗੀ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਜੇ ਉਹ ਸੱਚਮੁੱਚ ਜੰਗ ਨੂੰ ਖਤਮ ਕਰਨ ਦਾ ਰਸਤਾ ਲੱਭਣਾ ਚਾਹੁੰਦੇ ਨੇ ਤਾਂ ਪੁਤਿਨ ਦੇ ਨਾਲ ਗੱਲਬਾਤ ਦੇ ਲਈ ਤਿਆਰ ਨੇ ਅਤੇ ਉਹ ਇਸ ਸੰਬੰਧ ਵਿੱਚ ਫੈਸਲਾ ਲੈਣ ਵਿੱਚ ਦਿਲਚਸਪੀ ਰੱਖਦੇ ਨੇ, ਕਿਉਂਕਿ ਉਹਨਾਂ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ। ਬਾਈਡਨ ਨੇ ਕਿਹਾ ਕਿ ਇਸ ਜੰਗ ਨੂੰ ਖਤਮ ਕਰਨ ਦਾ ਇੱਕੋ ਇੱਕ ਅਤੇ ਤਰਕਸੰਗਤ ਤਰੀਕਾ ਹੈ ਕਿ ਰੂਸ ਯੂਕਰੇਨ ਤੋਂ ਬਾਹਰ ਨਿਕਲ ਜਾਏ। ਇਸ ਤੇ ਪ੍ਰਤੀਕਿਰਿਆ ਦਿੰਦੇ ਹੋਏ ਪੇਸਕੋਵ ਨੇ ਕਿਹਾ ਕਿ ਅਮਰੀਕਾ ਤੇ ਰੂਸ ਨੂੰ ਇਸ ਵੇਲੇ ਯੂਕਰੇਨ ਦੇ ਮੁੱਦੇ ਤੇ ਚਰਚਾ ਕਰਨੀ ਚਾਹੀਦੀ ਹੈ, ਪਰ ਇਸ ਲਈ ਕਾਫੀ ਜਗ੍ਹਾ ਨਹੀਂ ਹੈ। ਅਮਰੀਕਾ ਨੇ ਅਜੇ ਵੀ ਨਵੇਂ ਖੇਤਰਾਂ ਨੂੰ ਮਾਨਤਾ ਨਹੀਂ ਦਿੱਤੀ ਹੈ ਜੋ ਰੂਸੀ ਸੰਘ ਵਿੱਚ ਸ਼ਾਮਲ ਹੋਏ ਨੇ। ਅਮਰੀਕਾ ਦੇ ਸਭ ਤੋਂ ਨਵੇਂ ਪਰਮਾਣੂ ਬੰਬਾਰ ਜਹਾਜ਼ B-21 ਰੇਡਰ ਦੀ ਪਹਿਲੀ ਝਲਕ ਦੁਨੀਆ ਦੇ ਸਾਹਮਣੇ ਆ ਗਈ ਹੈ, ਜਿਸ ਨੂੰ ਕਈ ਸਾਲਾਂ ਤੋਂ ਚੁੱਪ-ਚਪੀਤਿਆਂ ਤਿਆਰ ਕੀਤਾ ਗਿਆ ਹੈ। ਚੀਨ ਨਾਲ ਭਵਿੱਖ ਵਿੱਚ ਸੰਘਰਸ਼ ਹੋਣ ਦੀ ਸੂਰਤ ਵਿੱਚ ਅਮਰੀਕੀ ਚਿੰਤਾਵਾਂ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਦੇ ਤਹਿਤ B-21 ਰੇਡਰ ਜਹਾਜ਼ ਵਿਕਸਿਤ ਕੀਤਾ ਗਿਆ। ਕੈਲੀਫੋਰਨੀਆ ਦੇ ਪੌਮਡੇਲ ਵਿੱਚ ਹਵਾਈ ਫੌਜ ਕੇਂਦਰ ਤੇ ਸ਼ੁੱਕਰਵਾਰ ਨੂੰ ਇਸ ਦੀ ਘੁੰਡ ਚੁਕਾਈ ਤੋਂ ਪਹਿਲਾਂ ਇਸ ਦੀਆਂ ਕੁਝ ਤਸਵੀਰਾਂ ਜਾਰੀ ਕੀਤੀਆਂ ਗਈਆਂ। ਇਹ ਬਾਅਦ ਵਿੱਚ B-2 ਸਪਿਰਿਟ ਜਹਾਜ਼ ਦੀ ਥਾਂ ਲਏਗਾ। ਇਸ ਜਹਾਜ਼ ਨੂੰ ਚੀਨ ਦੀ ਚੁਣੌਤੀ ਦੇ ਮੱਦੇਨਜ਼ਰ ਬਣਾਇਆ ਗਿਆ। ਪੈਂਟਾਗਨ ਨੇ ਇਸ ਹਫ਼ਤੇ ਚੀਨ ਤੇ ਇੱਕ ਰਿਪੋਰਟ ਵਿੱਚ ਕਿਹਾ ਸੀਗਾ ਕਿ ਚੀਨ 2035 ਤੱਕ ਆਪਣੇ ਪਰਮਾਣੂ ਹਥਿਆਰਾਂ ਦੀ ਗਿਣਤੀ 1500 ਤੱਕ ਵਧਾਉਣ ਵੱਲ ਵਧ ਰਿਹਾ। ਇਸ ਤੋਂ ਇਲਾਵਾ ਹਾਈਪਰਸੋਨਿਕ ਸਾਈਬਰ ਯੁੱਧ ਅਤੇ ਪੁਲਾੜ ਸਮਰੱਥਾ ਵਿੱਚ ਉਸ ਨੂੰ ਮਿਲੀ ਬੜ੍ਹਤ ਨਾਲ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਅਤੇ ਸੁਤੰਤਰ ਅਤੇ ਖੁੱਲ੍ਹੇ ਅੰਤਰਰਾਸ਼ਟਰੀ ਵਿਵਸਥਾ ਸਾਹਮਣੇ ਵੱਡਾ ਖਤਰਾ ਪੈਦਾ ਹੋ ਗਿਆ। ਸਾਲ 2015 ਵਿੱਚ ਰੇਡਰ ਨੂੰ ਲੈ ਕੇ ਹੋਏ ਕੰਟਰੈਕਟ ਦੇ ਸਮੇਂ ਏਅਰ ਫੋਰਸ ਸੈਕਟਰੀ ਰਹੀ ਡੋਬੋਰਾ ਲੀ ਜੇਮਜ਼ ਨੇ ਕਿਹਾ, ਸਾਨੂੰ 21ਵੀਂ ਸਦੀ ਲਈ ਇੱਕ ਨਵੇਂ ਬੰਬਾਰ ਦੀ ਲੋੜ ਸੀ ਜਿਸ ਨਾਲ ਅਸੀਂ ਇੱਕ ਦਿਨ ਚੀਨ ਰੂਸ ਤੋਂ ਹੋਣ ਵਾਲੇ ਵਧੇਰੇ ਗੁੰਝਲਦਾਰ ਖਤਰਿਆਂ ਦਾ ਸਾਹਮਣਾ ਕਰ ਸਕੀਏ। ਉਹਨਾਂ ਨੇ ਕਿਹਾ ਕਿ B-21 ਲੰਬੇ ਸਮੇਂ ਤੱਕ ਚੱਲਣ ਵਾਲਾ ਜਹਾਜ਼ ਹੈ ਅਤੇ ਇਸ ਦੇ ਜ਼ਰੀਏ ਅਸੀਂ ਇਹਨਾਂ ਬਹੁਤ ਮੁਸ਼ਕਿਲ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹਾਂ। ਰੇਡਰ ਬਣਾਉਣ ਵਾਲੀ ਕੰਪਨੀ ਨਾਰਥਰੋਪ ਗ੍ਰੈਮਨ ਕਾਰਪੋਰੇਸ਼ਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਕੈਥੀ ਵਾਰਡਨ ਨੇ ਕਿਹਾ ਕਿ ਜਹਾਜ਼ ਤੇ 2023 ਤੋਂ ਪਹਿਲਾਂ ਉਡਾਣ ਭਰਨ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਐਡਵਾਂਸਡ ਕੰਪਿਊਟਰਿੰਗ ਦੀ ਵਰਤੋਂ ਕਰਕੇ ਨਾਰਥਰੋਪ ਗ੍ਰੈਮਨ ਰੇਡਰ ਦੀ ਕਾਰਗੁਜ਼ਾਰੀ ਦਾ ਪਰੀਖਣ ਕਰ ਰਿਹਾ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧ ਰੁਚਿਰਾ ਕੰਬੋਜ ਨੇ ਕਿਹਾ ਹੈ ਕਿ ਭਾਰਤ ਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਲੋਕਤੰਤਰ ਬਾਰੇ ਉਸਨੇ ਕੀ ਕਰਨਾ ਹੈ। ਭਾਰਤ ਨੇ ਵੀਰਵਾਰ ਨੂੰ ਦਸੰਬਰ ਮਹੀਨੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਭਾਰਤ ਇਸ ਦੌਰਾਨ ਅੱਤਵਾਦ ਦੇ ਮੁਕਾਬਲੇ ਸਮੇਤ ਹੋਰ ਵਿਸ਼ਿਆਂ ਤੇ ਪ੍ਰੋਗਰਾਮਸ ਦੀ ਮੇਜ਼ਬਾਨੀ ਕਰੇਗਾ। ਇਸ ਦੇ ਨਾਲ ਹੀ ਕੌਂਸਲ ਵਿੱਚ ਭਾਰਤ ਦਾ 2021-22 ਦਾ ਕਾਰਜਕਾਲ 31 ਦਸੰਬਰ ਨੂੰ ਖਤਮ ਹੋ ਜਾਏਗਾ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਪਹਿਲੀ ਮਹਿਲਾ ਸਥਾਈ ਪ੍ਰਤੀਨਿਧ ਕੰਬੋਜ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਪ੍ਰਧਾਨਗੀ ਦੀ ਕੁਰਸੀ ਤੇ ਬੈਠੇਗੀ। ਸੁਰੱਖਿਆ ਪਰਿਸ਼ਦ ਦੇ ਪ੍ਰਧਾਨ ਵਜੋਂ ਆਪਣੇ ਪਹਿਲੇ ਦਿਨ ਉਹਨਾਂ ਨੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਖੇ ਮਾਸਿਕ ਪ੍ਰੋਗਰਾਮ ਦੇ ਸੰਬੰਧ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਭਾਰਤ ਵਿੱਚ ਲੋਕਤੰਤਰ ਅਤੇ ਪ੍ਰੈਸ ਦੀ ਆਜ਼ਾਦੀ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਲੋਕਤੰਤਰ ਤੇ ਕੀ ਕਰਨਾ ਹੈ। ਉਹਨਾਂ ਨੇ ਕਿਹਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਭਾਰਤ ਸ਼ਾਇਦ ਦੁਨੀਆ ਦੀ ਸਭ ਤੋਂ ਪੁਰਾਣੀ ਸੱਭਿਅਤਾ ਹੈ। ਭਾਰਤ ਵਿੱਚ ਲੋਕਤੰਤਰ ਦੀਆਂ ਜੜ੍ਹਾਂ 2500 ਸਾਲ ਪਹਿਲਾਂ ਤੋਂ ਸਨ। ਅਸੀਂ ਹਮੇਸ਼ਾ ਲੋਕਤੰਤਰ ਸੀ। ਅਜੋਕੇ ਸਮੇਂ ਵਿੱਚ ਸਾਡੇ ਕੋਲ ਲੋਕਤੰਤਰ ਦੇ ਉਹ ਸਾਰੇ ਥੰਬ ਹਨ ਜੋ ਬਰਕਰਾਰ ਨੇ। ਵਿਧਾਨ ਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਤੇ ਚੌਥਾ ਥੰਮ ਪ੍ਰੈਸ ਇੱਕ ਬਹੁਤ ਹੀ ਜੀਵੰਤ ਸੋਸ਼ਲ ਮੀਡੀਆ ਵੀ ਹੈ। ਇਸ ਲਈ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਕੰਬੋਜ ਨੇ ਕਿਹਾ ਹੈ ਕਿ ਹਰ 5 ਸਾਲ ਬਾਅਦ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਅਭਿਆਸ ਕਰਦੇ ਹਾਂ।
हर कोई अपनी मर्जी अनुसार बोलण लई आज़ाद है ਅਤੇ ਸਾਡਾ ਦੇਸ਼ ਇਸੇ ਤਰ੍ਹਾਂ ਕੰਮ ਕਰਦਾ ਹੈ। देश तेजी नाल सुधार कर रहा, बदलाव कर रहा, तरक्की की रफ्तार बहुत प्रभावशाली रही है। मैनू ये कहने की जरूरत नहीं है ਅਤੇ ਤੁਹਾਨੂੰ केवल मेरी गल ते यकीन करना है। होर लोग ये कह रहे हैं। अमेरिका के न्यूयॉर्क के उपनगर इलाके में एक स्कूल बस के बेकाबू होकर सड़क तो उतरन ਅਤੇ दो खड़ियां कारां नाल टकराउण की घटना में घट्टो घट्ट 7 बच्चे जख्मी हो गए, जिन्होंने परमात्मा ने हथ दे के बचा लिया। उत्थे कारां नाल टकराउण के बाद एक घर में दाखिल हो गई सी बस। पुलिस ने यह जानकारी दी है। रामापो पुलिस विभाग ने बयान जारी करके दस्सिया है कि यह घटना स्थानक समय मुताबक सवेरे करीब 9 बजे न्यू रॉकलैंड काउंटी के न्यू हैम्पस्टेड विच वापरी। पुलिस ने दस्सिया कि कई बच्चों को लेके जा रही बस अचानक झटके नाल सड़क तो उतर गई और बेकाबू होकर एक दरख्त नाल टकराउंदे होए उसने उत्थे खड़ियां 2 कारां नूं टक्कर मार दी। इस तो बाद एक घर विच दाखिल हो गई। कारां पार्किंग विच खड़ियां सन। उन्होंने दस्सिया कि 7 बच्चों ते बस ड्राइवरां नूं हॉस्पिटल लिजाया गया, जिथों ड्राइवर और 5 बच्चों नूं इलाज के बाद छुट्टी दे दी गई, जदों कि 2 बच्चों नूं गंभीर सट्टां लगियां ने पर वो खतरे तो बाहर ने। पुलिस हादसे की जांच कर रही है। अमेरिका की एक अदालत ने साबका राष्ट्रपति डोनाल्ड ट्रंप नूं वड्डा झटका दिता, जिस तो बाद आने वाले समय में डोनाल्ड ट्रंप दीआं मुश्किलां काफ़ी वध सकदियां ने। अमेरिका की एक अपील अदालत ने फैसला सुनाया है कि फ्लोरिडा विच ट्रंप दे मारे लागो घर उत्ते छापेमारी विच FBI द्वारा जब्त किए गए दस्तावेज़ों की वरतों डोनाल्ड ट्रंप के खिलाफ अपराधक मुकदमे दौरान की जा सकती है। इस दे नाल ही अदालत ने बरामद दस्तावेज़ों की जांच लई एक जज नूं मैडिएटर बनाउण दी पटीशन नूं भी रद्द कर दिता। अमेरिका के अटलांटा स्थित 11वें सर्किट US कोर्ट ऑफ अपील्स ने फ्लोरिडा च US जिला जज एलेन कैनन के सितंबर के फैसले नूं चुनौती देने वाले न्याय विभाग के हक में फैसला सुनाया गया, जिसने सारे रिकॉर्डों की समीक्षा करने लई विशेष मास्टर नूं मैडिएटर नियुक्त करने के पुराने फैसले नूं उल्टा दिता, जिस विच कहा गया सीगा कि स्पैशल जज तय करनगे कि उन्हां दस्तावेज़ों की वरतों की जानी चाहिए है या नहीं की जानी चाहिए। अमेरिका में एक औरत ने 37,000 फुट से उड़ रहे जहाज का दरवाज़ा खोलने का यतन किया, जिस मगरों एमरजेंसी लैंडिंग करनी पई। जहाज़ में सवार मुसाफिरों को जदों इस घटना बारे पता लग्या तो उन्होंने होश उड़ गए। पुलिस ने औरत को गिरफ्तार कर लिया है, जो दावा कर रही है कि उड़ते जहाज़ का दरवाज़ा खोलने लिए उसनूं ईसा मसीह ने कहा सी। अमेरिकी संसद मैट गेट्स ने साबका सहयोगी जोएल ग्रीनबर्ग नूं कई दोषां 'च शामिल होने कारण 11 साल की जेल की सज़ा सुनाई। इसकी जानकारी ABC न्यूज़ ने दी है। वीरवार नूं रिपोर्टां ने कहा है कि जोएल ग्रीनबर्ग ते माइन धोखाधड़ी, पछाण की चोरी ते नाबालगां की तस्करी दे लई सरकारी अधिकारियों को रिश्वत देने के लिए साजिश की दोषी साबित होने तो बाद सज़ा सुनाई गई है। यह मामला साल 2021 उस वेले राष्ट्रीय खबर बन गया, जदों मीडिया ने इस गल की पुष्टि की सीगी कि इस गल की जांच की जा रही है कि गेट्स ने नाबालिग दे नाल सरीरक संबंध बनाए सी, जिसनूं जोएल ने उस लई मिलाया सी। US कॉरपोरेट मीडिया दीआं रिपोर्टां मुताबक जज ग्रैगरी प्रेसल ने कहा कि ग्रीनबर्ग ने लोड़ींदा समर्थन दिता है। उन्होंने कहा कि गेट्स ने जनतक तौर पर अपनी बेगुनाही बरकरार रखी है और गलत कामों तो इनकार किया। अमेरिका ने शुक्रवार नूं चाइना, पाकिस्तान और म्यांमार समेत 12 देशों नूं धार्मिक आज़ादी की मौजूदा स्थिति लई विशेष चिंता वाले देश वजों नामजद किया। विदेश सकत्तर एंटनी ब्लिंकन ने कहा कि अजिहे सालाना ऐलान तो पहला इंडियन अमेरिकन मुस्लिम कौंसल वर्गे समूहों वालों वड्डे पद्धर ते लॉबिंग के यतन किए गए सन और US कमीशन फॉर इंटरनेशनल रिलीजियस फ्रीडम वर्गियां संस्थावां द्वारा भारत नूं चिंता के दोष विच नामजद करने के लिए दबाव पाया गया सीगा। और उन्होंने कहा कि अज मैं बर्मा, चाइना, क्यूबा, इरीट्रिया, ईरान, निकारागुआ, DPRK, पाकिस्तान, रूस, सऊदी अरब, ताजिकिस्तान और तुर्कमेनिस्तान नूं अंतरराष्ट्रीय धार्मिक अधीन विशेष चिंता वाले देशों के रूप में ऐलान कर रहा। इस दे नाल ही ब्लिंकन ने अल्जीरिया, मध्य अफ्रीकी गणराज, कोमोरोस और वियतनाम नूं धार्मिक आज़ादी की गंभीर उलंघना च शामिल होण जां बर्दाश्त करन दे लई विशेष निगरानी सूची च भी रखा। अमेरिका ने अल शबाब, बेको हरम, हयात तहरीर अल शाम, हाउथी, ISIS, ग्रेटर सहारा आदि नूं भी नामजद किया है। ब्लिंकन ने कहा कि अमेरिका दुनिया भर के हर देश विच धर्म जां विश्वास की आज़ादी की स्थिति की ध्यान नाल निगरानी करना जारी रखेगा।
ਅਤੇ ਧਾਰਮਿਕ ਸੱਭਿਆਚਾਰ ਜਾਂ ਵਿਤਕਰੇ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਵਕਾਲਤ ਕਰੇਗਾ। ਟੋਰਾਂਟੋ ਪੁਲਿਸ ਨੇ ਇੱਕ ਪਿਕਅਪ ਟਰੱਕ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਕੈਨੇਡਾ 'ਚ ਇੱਕ 20 ਸਾਲਾ ਭਾਰਤੀ ਨਾਗਰਿਕ ਦੀ ਮੌਤ ਦੇ ਲਈ ਜ਼ਿੰਮੇਵਾਰ ਸੀ। ਕਿਉਂਕਿ ਪਿਛਲੇ ਮਹੀਨੇ ਇੱਕ ਵਿਦਿਆਰਥੀ ਆਪਣੇ ਸਾਈਕਲ ਤੇ ਜਾ ਰਿਹਾ ਸੀ ਤਾਂ ਡਰਾਈਵਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਸਥਾਨਕ ਅਖਬਾਰ ਦੀ ਰਿਪੋਰਟ ਦੇ ਅਨੁਸਾਰ 60 ਸਾਲਾ ਡਰਾਈਵਰ ਤੇ ਗਲਤ ਡਰਾਈਵਿੰਗ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ। ਮ੍ਰਿਤਕ ਭਾਰਤੀ ਵਿਦਿਆਰਥੀ ਦੀ ਪਹਿਚਾਣ ਕਾਰਤਿਕ ਸੈਣੀ ਵਜੋਂ ਹੋਈ ਹੈ। ਉਹ ਹਰਿਆਣਾ ਦੇ ਕਰਨਾਲ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਅਗਸਤ 2021 ਵਿੱਚ ਕੈਨੇਡਾ ਗਿਆ ਸੀ। ਉਹ ਸ਼ੈਡਨਨ ਕਾਲਜ ਦਾ ਵਿਦਿਆਰਥੀ ਸੀ। ਸੈਣੀ ਦੀ 23 ਨਵੰਬਰ ਨੂੰ ਮਿਡ ਟਾਊਨ ਵਿੱਚ ਸੜਕ ਪਾਰ ਕਰਦੇ ਸਮੇਂ ਪਿਕਅਪ ਟਰੱਕ ਵੱਲੋਂ ਟੱਕਰ ਮਾਰਨ ਅਤੇ ਘਸੀਟਣ ਤੋਂ ਬਾਅਦ ਮੌਤ ਹੋ ਗਈ ਸੀ। ਡਰਾਈਵਰ ਦਾ ਨਾਮ ਨਹੀਂ ਦੱਸਿਆ ਗਿਆ। ਉਸ ਨੂੰ 16 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਅਮਰੀਕਾ ਦੇ ਟੈਕਸਾਸ ਤੋਂ ਕੈਂਸਰ ਦੇ ਇਲਾਜ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ। ਇੱਥੇ 61 ਸਾਲਾ ਐਪਰਲ ਬਾਰਡਰਾਇਓ ਨੇ ਕੇਵਲ ਇੱਕ ਦਿਨ ਵਿੱਚ ਫੇਫੜਿਆਂ ਦੇ ਕੈਂਸਰ ਤੋਂ ਛੁਟਕਾਰਾ ਪਾ ਲਿਆ। ਡਾਕਟਰਾਂ ਨੇ ਉਸਦੇ ਫੇਫੜਿਆਂ ਵਿੱਚ ਟਿਊਮਰ ਦੀ ਪਛਾਣ ਕੀਤੀ ਅਤੇ ਕੁਝ ਘੰਟਿਆਂ ਵਿੱਚ ਇਸ ਨੂੰ ਹਟਾ ਦਿੱਤਾ ਗਿਆ। ਖਾਸ ਗੱਲ ਇਹ ਹੈ ਕਿ ਮਰੀਜ਼ ਨੂੰ ਇਹ ਵੀ ਨਹੀਂ ਪਤਾ ਸੀਗਾ ਕਿ ਉਸ ਨੂੰ ਕੈਂਸਰ ਹੈ। ਬੇਹੋਸ਼ ਹੋਣ ਤੇ ਉਸ ਦਾ ਟੈਸਟ ਕੀਤਾ ਗਿਆ। ਜਦੋਂ ਡਾਕਟਰਸ ਨੂੰ ਪਤਾ ਲੱਗਾ ਕਿ ਉਸ ਨੂੰ ਕੈਂਸਰ ਹੈ ਤਾਂ ਉਹਨਾਂ ਨੇ ਉਸ ਦਾ ਤੁਰੰਤ ਆਪਰੇਸ਼ਨ ਕੀਤਾ। ਰਿਪੋਰਟਾਂ ਦੇ ਮੁਤਾਬਕ ਐਪਰਲ ਰੂਟੀਨ ਚੈੱਕਅਪ ਦੇ ਲਈ ਹਸਪਤਾਲ ਗਈ। ਇੱਕ ਸਿਟੀ ਸਕੈਨ ਵਿੱਚ ਉਸਦੇ ਸੱਜੇ ਫੇਫੜੇ ਵਿੱਚ ਇੱਕ ਗੱਠ ਦਿਖਾਈ ਦਿੱਤੀ। ਇਸ ਤੋਂ ਬਾਅਦ ਡਾਕਟਰਸ ਨੇ ਕੈਂਸਰ ਨਾਲ ਸੰਬੰਧਿਤ ਕਈ ਟੈਸਟ ਕੀਤੇ। ਇਹ ਖੁਲਾਸਾ ਹੋਇਆ ਕਿ ਅਪ੍ਰੈਲ ਨੂੰ ਸ਼ੁਰੂਆਤੀ ਪੜਾਅ ਦੇ ਫੇਫੜਿਆਂ ਦਾ ਕੈਂਸਰ ਹੈ, ਕਿਉਂਕਿ ਅਪ੍ਰੈਲ ਨੂੰ ਪਹਿਲਾਂ ਹੀ ਟੈਸਟ ਦੇ ਲਈ ਅਨਸਥੀਸੀਆ ਦਿੱਤਾ ਗਿਆ ਸੀ ਔਰ ਡਾਕਟਰਸ ਨੇ ਸੋਚਿਆ ਸੀਗਾ ਕਿ ਟਿਊਮਰ ਨੂੰ ਹਟਾਉਣ ਦਾ ਵਧੀਆ ਸਮਾਂ। ਉਹਨਾਂ ਨੇ ਤੁਰੰਤ ਰੋਬੋਟਿਕ ਜੰਤਰ ਦੀ ਮਦਦ ਦੇ ਨਾਲ ਆਪਰੇਸ਼ਨ ਕੀਤਾ। ਉਹ ਸਰਜਰੀ ਵਿੱਚ ਛੋਟੇ ਟਿਊਮਰ ਨੂੰ ਕੱਢਣ 'ਚ ਕਾਮਯਾਬ ਰਹੇ। 3 ਦਿਨਾਂ ਬਾਅਦ ਅਪ੍ਰੈਲ ਠੀਕ ਹੋ ਕੇ ਘਰ ਚਲੀ ਗਈ। ਅਪ੍ਰੈਲ ਨੇ ਇੱਕ ਗੱਲਬਾਤ ਦੇ ਦੌਰਾਨ ਕਿਹਾ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਇਹ ਸੱਚ ਹੈ। ਕੀਮੋਥੈਰੇਪੀ ਜਾਂ ਰੇਡੀਏਸ਼ਨ ਥੈਰੇਪੀ ਤੋਂ ਬਿਨਾਂ ਇਲਾਜ ਸੁਚਾਰੂ ਢੰਗ ਨਾਲ ਚੱਲਿਆ। ਦਰਅਸਲ ਅਪ੍ਰੈਲ ਜਾਂਚ ਤੋਂ ਲੈ ਕੇ ਇਲਾਜ ਤੱਕ ਪੂਰੀ ਤਰ੍ਹਾਂ ਬੇਹੋਸ਼ ਸੀ। ਇਹ ਸਰਜਰੀ ਕੁਝ ਹੀ ਘੰਟਿਆਂ ਵਿੱਚ ਕੀਤੀ ਗਈ, ਇਸ ਲਈ ਉਸਨੂੰ ਪਤਾ ਹੀ ਨਹੀਂ ਸੀਗਾ ਕਿ ਉਹ ਫੇਫੜਿਆਂ ਦੇ ਕੈਂਸਰ ਤੋਂ ਪੀੜਤ ਹੈ। ਇਸ ਤੋਂ ਪਹਿਲਾਂ ਉਹ 1984 ਅਤੇ 1985 ਵਿੱਚ ਲਿੰਫੋਮਾ ਕੈਂਸਰ ਅਤੇ 2002 ਵਿੱਚ ਛਾਤੀ ਦੇ ਕੈਂਸਰ ਦੇ ਨਾਲ ਲੜ ਚੁੱਕੀ ਸੀ। ਕੈਨੇਡਾ ਵਿੱਚ ਭਾਰਤੀ ਵਿਦਿਆਰਥੀ ਕਾਰਤਿਕ ਸੈਣੀ ਨੂੰ ਟੱਕਰ ਮਾਰਨ ਵਾਲੇ ਟਰੱਕ ਡਰਾਈਵਰ ਤੇ ਪੁਲਿਸ ਨੇ ਦੋਸ਼ ਆਇਦ ਕਰ ਦਿੱਤੇ। ਟੋਰਾਂਟੋ 'ਚ ਬੀਤੇ ਦਿਨ ਇੱਕ ਟਰੱਕ ਨੇ ਕਾਰਤਿਕ ਨੂੰ ਉਸ ਵੇਲੇ ਟੱਕਰ ਮਾਰ ਦਿੱਤੀ ਸੀ ਜਦੋਂ ਉਹ ਸਾਈਕਲ ਤੇ ਸੜਕ ਪਾਰ ਕਰ ਰਿਹਾ ਸੀ। ਇਸ ਹਾਦਸੇ ਵਿੱਚ ਉਸ ਦੀ ਜਾਨ ਚਲੀ ਗਈ ਸੀ। ਇਸ ਮਾਮਲੇ ਵਿੱਚ ਹੁਣ ਟਰੱਕ ਡਰਾਈਵਰ ਤੇ ਦੋਸ਼ ਆਇਦ ਕਰ ਦਿੱਤੇ ਗਏ ਨੇ। ਉਸ ਨੂੰ 16 ਫਰਵਰੀ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਏਗਾ। ਕੈਨੇਡਾ 'ਚ ਟਿਕਟੌਕ ਤੇ ਪ੍ਰਸਿੱਧੀ ਖੱਟਣ ਵਾਲੀ ਭਾਰਤੀ ਮੂਲ ਦੀ ਮੇਘਾ ਠਾਕੁਰ ਦਾ ਦੇਹਾਂਤ ਹੋ ਗਿਆ। ਬਰੈਂਪਟਨ ਦੀ ਵਾਸੀ ਮੇਘਾ ਠਾਕੁਰ ਦੇ ਲੱਖਾਂ ਫਾਲੋਅਰਸ ਸਨ। ਕੇਵਲ 21 ਸਾਲ ਦੀ ਉਮਰ ਵਿੱਚ ਉਸ ਦੀ ਅਚਾਨਕ ਮੌਤ ਹੋ ਗਈ। ਇਸ ਖਬਰ ਨੇ ਉਸ ਦੇ ਮਾਪਿਆਂ ਤੇ ਫੈਨਸ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤਾ। 8 ਮਹੀਨੇ ਪਹਿਲਾਂ ਡੋਮਿਨਿਕ ਰਿਪਬਲਿਕ ਵਿੱਚ ਗ੍ਰਿਫਤਾਰ ਕੀਤੇ 12 ਕੈਨੇਡੀਅਨਸ ਵਿੱਚੋਂ 5 ਕੱਲ੍ਹ ਟੋਰਾਂਟੋ ਪੁੱਜ ਗਏ, ਜਿਨ੍ਹਾਂ ਵਿੱਚ ਭਾਰਤੀ ਮੂਲ ਦਾ BK ਦੁਬੇ ਵੀ ਸ਼ਾਮਲ ਹੈ। ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਆਪਣੇ ਪਰਿਵਾਰਾਂ ਨਾਲ ਮੁਲਾਕਾਤ ਕਰਦਿਆਂ ਸਭਨਾਂ ਦੀਆਂ ਅੱਖਾਂ ਵਿੱਚ ਹੰਝੂ ਸਨ। BK ਦੁਬੇ ਨੂੰ ਉਸਦੇ 3 ਬੱਚਿਆਂ ਨੇ ਗਲਵਕੜੀ ਵਿੱਚ ਲੈ ਲਿਆ, ਜਦਕਿ ਪਤਨੀ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਗ ਰਹੇ ਸਨ। BK ਦੁਬੇ ਨੇ ਕਿਹਾ ਕਿ ਉਸਨੂੰ ਯਕੀਨ ਨਹੀਂ ਆ ਰਿਹਾ ਕਿ ਉਹ ਘਰ ਵਾਪਸ ਆ ਗਿਆ ਹੈ। ਇਹ ਖੁਸ਼ੀ ਬਿਆਨ ਕਰਨੀ ਸੰਭਵ ਨਹੀਂ ਹੈ। ਕੈਨੇਡਾ ਦੀ ਇੱਕ ਵਿਰੋਧੀ ਪਾਰਟੀ ਨੇ ਭਾਰਤ ਵਿੱਚ ਧਾਰਮਿਕ ਘੱਟਗਿਣਤੀਆਂ ਨਾਲ ਕਥਿਤ ਵਿਵਹਾਰ ਅਤੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਨੂੰ ਲੈ ਕੇ ਆਪਣੀ ਸਰਕਾਰ ਨੂੰ G20 ਗਤੀਵਿਧੀਆਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਬਾਈਕਾਟ ਦਾ ਸੱਦਾ ਉਦੋਂ ਆਇਆ ਜਦੋਂ ਭਾਰਤ ਨੇ ਵੀਰਵਾਰ ਨੂੰ ਰਸਮੀ ਤੌਰ ਤੇ ਵਸੁਧੈਵ ਕੁਟੁੰਬਕਮ ਵਿਸ਼ਵ ਇੱਕ ਪਰਿਵਾਰ ਹੈ ਥੀਮ ਤਹਿਤ G20 ਦੀ ਪ੍ਰਧਾਨਗੀ ਸੰਭਾਲੀ। ਸਿੱਖ ਆਗੂ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਸੰਸਦ ਮੈਂਬਰਾਂ ਹੀਥਰਨ ਮੈਕਫਰਸਨ ਅਤੇ ਬਲੈਕ ਡੇਸ ਜਰਲਾਈਸ ਨੇ ਇੱਕ ਬਿਆਨ 'ਚ ਸੱਤਾਧਾਰੀ ਲਿਬਰਲ ਸਰਕਾਰ ਨੂੰ ਭਾਰਤ 'ਚ G20 ਗਤੀਵਿਧੀਆਂ ਦਾ ਕੂਟਨੀਤਿਕ ਬਾਈਕਾਟ ਕਰਨ ਲਈ ਕਿਹਾ। ਇਹ ਦਾਅਵਾ ਕਰਦੇ ਹੋਏ ਇਹ ਨਾਗਰਿਕ ਆਜ਼ਾਦੀ ਅਤੇ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀਆਂ ਚੱਲ ਰਹੀਆਂ ਰਿਪੋਰਟਾਂ ਬਾਰੇ ਡੂੰਘੀ ਚਿੰਤਾ ਕਾਰਨ ਹੈ। NDP ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ ਭਾਜਪਾ ਸਰਕਾਰ ਸਾਰੇ ਭਾਰਤੀ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਅਤੇ ਨਾਗਰਿਕ ਸੁਤੰਤਰਤਾਵਾਂ ਦੇ ਸਨਮਾਨ ਨੂੰ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਲੈਂਦੀ ਹੈ। ਹਾਲਾਂਕਿ ਇਹ ਸਪਸ਼ਟ ਹੈ ਕਿ ਭਾਰਤ ਸਰਕਾਰ ਨਾ ਕੇਵਲ ਇਸ ਜ਼ਿੰਮੇਵਾਰੀ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਸਗੋਂ ਇਸ ਦੇ ਦੋਸ਼ੀਆਂ ਨੂੰ ਸਜ਼ਾ ਤੋਂ ਬਚਾਉਂਦੀ ਹੈ। ਭਾਰਤ ਵਿੱਚ ਮੌਜੂਦਾ ਸਰਕਾਰ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ NDP ਸਾਂਸਦ ਨੇ ਕਿਹਾ ਕਿ ਕੈਨੇਡਾ ਨੂੰ ਕਸ਼ਮੀਰ ਵਿੱਚ ਯੋਜਨਾਬੱਧ
ਕਿਸੇ ਵੀ G20 ਗਤੀਵਿਧੀਆਂ ਨੂੰ ਰੱਦ ਕਰਨਾ ਚਾਹੀਦਾ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਾਰੀ ਰਹਿਣ ਤੱਕ ਇਸ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨਾ ਚਾਹੀਦਾ ਹੈ। ਜਗਮੀਤ ਸਿੰਘ ਦੀ ਅਗਵਾਈ ਵਾਲੀ ਪਾਰਟੀ ਨੇ ਕੈਨੇਡੀਅਨ ਸਰਕਾਰ ਨੂੰ ਮਨੁੱਖੀ ਅਧਿਕਾਰਾਂ ਲਈ ਸਟੈਂਡ ਲੈਣ ਅਤੇ ਭਾਰਤ ਦੇ ਸਾਰੇ ਲੋਕਾਂ ਨਾਲ ਇਕਮੁੱਠਤਾ ਦਿਖਾਉਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨੂੰ ਸੁਤੰਤਰ ਤੌਰ ਤੇ ਅਤੇ ਜ਼ੁਲਮ ਤੋਂ ਬਿਨਾਂ ਰਹਿਣ ਦਾ ਅਧਿਕਾਰ ਹੈ। ਸਾਊਦੀ ਅਰਬ ਦੇ ਜਦਾਹ ਤੋਂ ਆ ਰਹੀ ਸਪਾਈਸ ਜੈਟ ਦੀ ਫਲਾਈਟ ਦੀ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਸ ਜਹਾਜ਼ ਵਿੱਚ 197 ਯਾਤਰੀ ਸਵਾਰ ਸੀਗੇ। ਇਹ ਘਟਨਾ ਸ਼ੁੱਕਰਵਾਰ 2 ਦਸੰਬਰ 2022 ਦੀ ਸ਼ਾਮ ਦੀ ਦੱਸੀ ਜਾ ਰਹੀ ਹੈ। ਇਸ ਮਾਮਲੇ ਤੇ DGCA ਨੇ ਕਿਹਾ ਹੈ ਕਿ ਜਦਾਹ ਤੋਂ ਕੋਜ਼ੀਕੋਡ ਜਾਣ ਵਾਲੀ ਸਪਾਈਸ ਜੈਟ ਦੀ ਉਡਾਣ ਨੂੰ ਹਾਈਡ੍ਰੋਲਿਕ ਸਿਸਟਮ ਫੇਲ ਹੋਣ ਕਾਰਨ ਕੋਚੀ ਵੱਲ ਮੋੜ ਦਿੱਤਾ ਗਿਆ ਸੀ। ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਦੇ ਨਾਲ ਕੋਚੀ 'ਚ ਸੁਰੱਖਿਅਤ ਉਤਰ ਗਏ ਨੇ ਔਰ ਇਸ ਦੇ ਨਾਲ ਹੀ ਏਅਰਪੋਰਟ ਦੇ ਬੁਲਾਰੇ ਨੇ ਕਿਹਾ ਕਿ ਇਸ ਫਲਾਈਟ ਵਿੱਚ 6 ਕਰੂ ਮੈਂਬਰਾਂ ਸਮੇਤ 197 ਯਾਤਰੀ ਸਵਾਰ ਸਨ। ਉਹਨਾਂ ਨੇ ਦੱਸਿਆ ਕਿ ਕੋਚੀ ਕੋਡ ਹਵਾਈ ਅੱਡੇ ਤੇ ਸਪਾਈਸ ਜੈਟ SG-036 ਦੀ ਲੈਂਡਿੰਗ ਤੋਂ ਬਾਅਦ ਕੋਚੀ ਵੱਲ ਮੋੜ ਦਿੱਤਾ ਗਿਆ। ਸ਼ਾਮ 6:29 ਤੇ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਦਾ ਐਲਾਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਕੋਚੀ ਹਵਾਈ ਅੱਡੇ ਤੇ ਸ਼ਾਮ 6:29 ਤੇ ਪੂਰੀ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ। ਐਮਰਜੈਂਸੀ ਲੈਂਡਿੰਗ ਤੋਂ ਬਾਅਦ ਸਵੇਰੇ 7:19 ਤੇ ਫਲਾਈਟ ਰਨਵੇ ਤੇ ਸੁਰੱਖਿਅਤ ਉਤਰ ਗਈ। ਪਿਛਲੇ ਕੁਝ ਸਮੇਂ ਤੋਂ ਹਵਾਈ ਯਾਤਰਾ ਦੌਰਾਨ ਕਈ ਵਾਰ ਗੜਬੜੀ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਨੇ। ਸਪਾਈਸ ਜੈਟ, ਵਿਸਤਾਰਾ, ਇੰਡੀਗੋ ਤੇ ਗੋ ਏਅਰ ਅਜਿਹੀਆਂ ਉਡਾਣਾਂ ਨੇ ਜਿਨ੍ਹਾਂ ਵਿੱਚ ਲੋਕ ਅਕਸਰ ਸਫ਼ਰ ਕਰਦੇ ਨੇ। ਇਹਨਾਂ ਉਡਾਣਾਂ ਤੋਂ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ। ਇਹਨਾਂ ਗਲਤੀਆਂ ਕਾਰਨ ਜਾਂ ਤਾਂ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕੀਤੀ ਜਾਂਦੀ ਹੈ ਜਾਂ ਫਲਾਈਟ ਨੂੰ ਰੋਕ ਦਿੱਤਾ ਜਾਂਦਾ ਹੈ। ਇਹ ਬਹੁਤ ਜ਼ਰੂਰੀ ਹੈ ਕਿ ਅਜਿਹੇ ਮਾਮਲੇ ਦੀ ਸਮੇਂ ਸਿਰ ਡੂੰਘਾਈ ਨਾਲ ਜਾਂਚ ਕੀਤੀ ਜਾਏ। ਸਪਾਈਸ ਜੈਟ ਦੀਆਂ ਉਡਾਣਾਂ 'ਚ ਖਰਾਬੀ ਦੀਆਂ ਜ਼ਿਆਦਾਤਰ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਕੰਪਨੀ ਦੇ 8 ਜਹਾਜ਼ਾਂ ਵਿੱਚ ਖਰਾਬੀ ਦੱਸੀ ਗਈ ਹੈ। ਹਾਲਾਂਕਿ DGCA ਨੇ ਇਸ ਸੰਬੰਧੀ ਸਖਤ ਰੁਖ ਅਖਤਿਆਰ ਕੀਤਾ ਹੈ। DGCA ਨੇ ਨਿਰਦੇਸ਼ ਦਿੱਤਾ ਹੈ ਕਿ ਕਿਸੇ ਵੀ ਏਅਰਲਾਈਨਸ ਦੇ ਜਹਾਜ਼ ਨੂੰ ਬੇਸ ਜਾਂ ਏਅਰਪੋਰਟ ਤੋਂ ਉਦੋਂ ਹੀ ਉਡਾਣ ਦੀ ਆਗਿਆ ਮਿਲੇਗੀ ਜਦੋਂ ਲਾਇਸੈਂਸਸ਼ੁਦਾ ਸਟਾਫ ਨੇ ਆਪਣੀ ਸੁਰੱਖਿਆ ਨੂੰ ਮਨਜ਼ੂਰੀ ਦਿੱਤੀ ਹੋਵੇ। ਕਨੂਰ ਤੋਂ ਦੋਹਾ ਜਾਣ ਵਾਲੀ ਇੰਡੀਗੋ ਦੀ ਫਲਾਈਟ ਨੂੰ ਸ਼ੁੱਕਰਵਾਰ ਨੂੰ ਬੰਬਈ ਏਅਰਪੋਰਟ ਤੇ ਡਾਇਵਰਟ ਕੀਤਾ ਗਿਆ ਸੀ। ਇੱਕ ਦਿਨ ਵਿੱਚ ਤਕਨੀਕੀ ਖਰਾਬੀ ਦਾ ਇਹ ਤੀਜਾ ਮਾਮਲਾ ਸੀਗਾ ਔਰ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਸਪਾਈਸ ਜੈਟ ਅਤੇ ਕਤਰ ਏਅਰਵੇਜ਼ ਦੀ ਫਲਾਈਟ ਦੀ ਤਕਨੀਕੀ ਖਰਾਬੀ ਦੀ ਘਟਨਾ ਸਾਹਮਣੇ ਆਈ ਸੀ। ਤਕਨੀਕੀ ਖਰਾਬੀ ਕਾਰਨ ਇੰਡੀਗੋ ਦੀ ਫਲਾਈਟ ਨੂੰ ਅੱਧ ਵਿਚਕਾਰ ਬੰਬਈ 'ਚ ਉਤਾਰਿਆ ਗਿਆ ਸੀ ਔਰ ਏਅਰਲਾਈਨ ਨੇ ਕਿਹਾ ਕਿ ਸਾਵਧਾਨੀ ਦੇ ਤੌਰ ਤੇ ਫਲਾਈਟ ਨੰਬਰ 6C1715 ਨੂੰ ਬੰਬਈ ਵੱਲ ਡਾਇਵਰਟ ਕਰ ਦਿੱਤਾ ਗਿਆ ਸੀ। ਏਅਰਕ੍ਰਾਫਟ ਨੇ ਇੱਕ ਬਿਆਨ 'ਚ ਕਿਹਾ ਕਿ ਸੰਚਾਲਨ ਕਰੂ ਨੇ ਉਡਾਣਾਂ ਵਿੱਚ ਤਕਨੀਕੀ ਸਮੱਸਿਆ ਦੇਖੀ, ਜਿਸ ਤੋਂ ਬਾਅਦ ਉਡਾਣਾਂ ਨੂੰ ਬੰਬਈ ਵੱਲ ਮੋੜ ਦਿੱਤਾ ਗਿਆ ਔਰ ਯਾਤਰੀਆਂ ਦੀ ਅੱਗੇ ਦੀ ਯਾਤਰਾ ਦੇ ਲਈ ਵਿਕਲਪਕ ਉਡਾਣਾਂ ਦਾ ਪ੍ਰਬੰਧ ਕੀਤਾ ਜਾ ਰਿਹਾ। DGCA ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਈਡ੍ਰੋਲਿਕ ਦੀ ਲੀਕ ਕਾਰਨ ਜਹਾਜ਼ ਨੂੰ ਮੋੜ ਦਿੱਤਾ ਗਿਆ ਸੀਗਾ। ਵਿਨੀਪੈਗ ਸਥਿਤ ਮੈਨੀਟੋਬਾ ਸੂਬੇ ਦੀ ਵਿਧਾਨ ਸਭਾ ਦੇ ਬਾਹਰ ਲੱਗੇ ਮਹਾਰਾਣੀ ਵਿਕਟੋਰੀਆ ਦੇ ਬੁੱਤ, ਜਿਸ ਨੂੰ ਕਿ ਪਿਛਲੇ ਸਾਲ 1 ਜੁਲਾਈ 2021 ਨੂੰ ਕੈਨੇਡਾ ਭਰ ਵਿੱਚ ਰਿਹਾਇਸ਼ੀ ਸਕੂਲਾਂ ਅੰਦਰ ਹੋਈਆਂ ਮੂਲ ਨਿਵਾਸੀ ਬੱਚਿਆਂ ਦੀਆਂ ਮੌਤਾਂ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਢਾਹ ਦਿੱਤਾ ਗਿਆ ਸੀ। ਹੁਣ ਜਦ ਉਸ ਟੁੱਟੇ ਹੋਏ ਬੁੱਤ ਦੇ ਬਾਕੀ ਬਚੇ ਹਿੱਸੇ ਨੂੰ ਹਟਾਇਆ ਜਾ ਰਿਹਾ ਸੀ ਤਾਂ ਉਸ ਬੁੱਤ ਨੂੰ ਹਟਾਉਣ ਵਾਲੇ ਵਰਕਰਾਂ ਨੂੰ ਇੱਕ ਟੁੱਟੀ ਹੋਈ ਬੋਤਲ ਅੰਦਰ ਕਾਗਜ਼ ਦੇ ਟੁਕੜੇ ਤੇ ਲਿਖਿਆ ਹੋਇਆ 100 ਸਾਲ ਪੁਰਾਣਾ ਸੰਦੇਸ਼ ਮਿਲਿਆ। ਜੀ ਹਾਂ, ਇਹ ਸੰਦੇਸ਼ ਉਹਨਾਂ ਲੋਕਾਂ ਦੁਆਰਾ ਛੱਡਿਆ ਗਿਆ ਸੀਗਾ ਜਿਨ੍ਹਾਂ ਨੇ ਇਸ ਸਮਾਰਕ ਨੂੰ ਬਣਾਉਣ 'ਚ ਵੀ ਮਦਦ ਕੀਤੀ। 23 ਜੁਲਾਈ 1921 ਨੂੰ ਲਿਖਿਆ ਗਿਆ ਇਹ ਸੰਦੇਸ਼ ਇੱਕ ਕਿਸਮ ਦੀ ਮੁਆਫੀ ਸੀ, ਜਿਸ ਵਿੱਚ ਲਿਖਿਆ ਗਿਆ ਸੀਗਾ ਕਿ ਮਨਾਹੀ ਦੇ ਕਾਰਨ ਅਸੀਂ ਪੱਥਰ ਦੇ ਹੇਠਾਂ ਬਰਾਂਡੀ ਦੀ ਇੱਕ ਬੋਤਲ ਰੱਖਣ ਦੇ ਰਿਵਾਜ ਦੀ ਪਾਲਣਾ ਕਰਨ 'ਚ ਅਸਮਰੱਥ ਹਾਂ। ਇਸ ਲਈ ਸਾਨੂੰ ਬਹੁਤ ਅਫਸੋਸ ਹੈ। ਇਸ ਸੰਦੇਸ਼ ਤੇ JB ਗ੍ਰਾਹਮ ਸਟੋਨ ਕਟਰ ਦੇ ਦਸਤਾਵੇਜ਼ਾਂ ਤੋਂ ਇਲਾਵਾ ਬੁੱਤ ਨੂੰ ਬਣਾਉਣ ਵਾਲੇ ਕਰਮਚਾਰੀਆਂ ਦੇ ਨਾਂ ਅਤੇ ਉਸ ਵੇਲੇ ਦੇ ਲੋਕ ਨਿਰਮਾਣ ਮੰਤਰੀ ਦਾ ਨਾਂ ਵੀ ਲਿਖਿਆ ਹੋਇਆ ਹੈ। ਸੂਬੇ ਦੇ ਲੋਕ ਨਿਰਮਾਣ ਮੰਤਰੀ ਰੈਗ ਹੈਲਵਰ ਨੇ ਬੁੱਧਵਾਰ ਨੂੰ ਇਸ ਸੰਬੰਧੀ ਜਾਣਕਾਰੀ ਸਾਂਝਿਆਂ ਕਰਦਿਆਂ ਕਿਹਾ ਕਿ ਇਹ ਸੰਦੇਸ਼ ਉਸ ਸਮੇਂ ਨੂੰ ਦਰਸਾਉਂਦਾ ਹੈ ਜਦੋਂ ਸੂਬੇ ਅੰਦਰ ਮੈਨੀਟੋਬਾ ਟੈਂਪਰੇਸ ਐਕਟ ਅਧੀਨ 1916 ਤੋਂ 1923 ਤੱਕ ਸ਼ਰਾਬ ਕੇਵਲ ਸਰਕਾਰੀ ਡਿਸਪੈਂਸਰੀਆਂ ਰਾਹੀਂ ਹੀ ਖਰੀਦੀ ਜਾ ਸਕਦੀ ਸੀ। ਸ਼ਰਾਬ ਪੀਣ ਦੇ ਸਾਰੇ ਕਾਨੂੰਨੀ ਅਦਾਰੇ ਬੰਦ ਸਨ। ਡਿਸਟਿਲਰੀਆਂ ਜਾਂ ਸ਼ਰਾਬ ਬਣਾਉਣ ਵਾਲੀਆਂ ਕੰਪਨੀਆਂ ਨੂੰ ਹੀ ਅਲਕੋਹਲ ਬਣਾਉਣ ਦੇ ਲਈ ਲਾਇਸੈਂਸ ਦਿੱਤੇ ਜਾ ਸਕਦੇ ਸਨ ਅਤੇ ਵਿਕਰੀ ਦੀ ਆਗਿਆ ਕੇਵਲ ਸੂਬੇ ਤੋਂ ਬਾਹਰ ਸੀ। ਅਲਕੋਹਲ ਕੇਵਲ ਉਦਯੋਗਿਕ, ਵਿਗਿਆਨਕ, ਮਕੈਨੀਕਲ ਅਤੇ ਚਿਕਿਤਸਕ ਵਰਤੋਂ ਲਈ ਹੀ ਖਰੀਦੀ ਜਾ ਸਕਦੀ ਸੀ। ਸੂਬੇ ਦੀ ਸਰਕਾਰ ਹੁਣ ਇਸ ਗੱਲ ਤੇ ਕੰਮ ਕਰ ਰਹੀ ਹੈ ਕਿ ਇੱਕ ਦਸਤਾਵੇਜ਼ੀ ਸੰਦੇਸ਼ ਨੂੰ ਵਧੀਆ ਤਰੀਕੇ ਨਾਲ ਕਿਵੇਂ ਸੁਰੱਖਿਅਤ ਰੱਖਿਆ ਜਾਏ ਤਾਂ ਜੋ ਇਸ ਨਾਲ ਗਾਂ ਹੋਰ ਕੁਝ ਪਤਾ ਕੀਤਾ ਜਾ ਸਕੇ।
ਲੰਡਨ ਵਿੱਚ ਭਾਰਤੀ ਮੂਲ ਦੇ ਇੱਕ ਸਿੱਖਿਆਰਥੀ ਪੁਲਿਸ ਅਧਿਕਾਰੀ ਨੂੰ ਇੱਕ ਮਹਿਲਾ ਡਰਾਈਵਰ ਪ੍ਰਤੀ ਅਸ਼ਲੀਲ ਅਤੇ ਹਮਲਾਵਰ ਵਿਵਹਾਰ ਕਰਨ ਦਾ ਦੋਸ਼ੀ ਪਾਇਆ ਗਿਆ। ਸਕਾਟਲੈਂਡ ਯਾਰਡ ਦਾ ਸਿੱਖਿਆਰਥੀ ਜਾਂਚ ਅਧਿਕਾਰੀ ਡਿਟੈਕਟਿਵ ਕਾਂਸਟੇਬਲ ਅਜੀਤਪਾਲ ਲੇਟੋ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਹੋਇਆ ਅਤੇ ਉਸ ਤੇ ਯੂਕੇ ਦੇ ਪਬਲਿਕ ਆਰਡਰ ਐਕਟ ਦੀ ਧਾਰਾ 4A ਦੇ ਤਹਿਤ ਇੱਕ ਅਪਰਾਧ ਦਾ ਦੋਸ਼ ਲਗਾਇਆ ਗਿਆ। ਲੋਟੇ ਮੈਟਰੋਪੋਲੀਟਨ ਪੁਲਿਸ ਦੀ ਦੱਖਣ ਪੂਰਬੀ ਕਮਾਂਡ ਯੂਨਿਟ ਨਾਲ ਸੰਬੰਧਿਤ ਹੈ। ਲੋਟੇ ਨੂੰ ਇੱਕ ਔਰਤ ਨਾਲ ਵਿਵਾਦ ਵਿੱਚ ਸ਼ਾਮਲ ਪਾਇਆ ਗਿਆ ਜੋ ਦੂਜੀ ਗੱਡੀ ਚਲਾ ਰਿਹਾ ਸੀ। ਬਹਿਸ ਦੌਰਾਨ ਲੋਟੇ ਨੇ ਆਪਣਾ ਵਾਰੰਟ ਕਾਰਡ ਪੇਸ਼ ਕੀਤਾ ਤੇ ਔਰਤ ਨੂੰ ਆਪਣੀ ਕਾਰ ਅੱਗੇ ਲਿਜਾਣ ਦੇ ਲਈ ਕਿਹਾ। ਮੈਟਰੋਪੋਲੀਟਨ ਪੁਲਿਸ ਦੀ ਦੱਖਣ ਪੂਰਬੀ ਕਮਾਂਡ ਯੂਨਿਟ ਦੇ ਚੀਫ ਸੁਪਰਡੈਂਟ ਟ੍ਰੈਵਰ ਲੌਰੀ ਨੇ ਕਿਹਾ ਕਿ ਲੋਟੇ ਦਾ ਵਿਹਾਰ ਬਿਲਕੁਲ ਅਣਉਚਿਤ ਸੀ। ਉਸਨੇ ਆਪਣੇ ਆਪ ਨੂੰ ਇੱਕ ਅਧਿਕਾਰ ਵਜੋਂ ਪੇਸ਼ ਕੀਤਾ ਤੇ ਮਹਿਲਾ ਡਰਾਈਵਰ ਨਾਲ ਉਸ ਦਾ ਰਵੱਈਆ ਰੁੱਖਾ ਤੇ ਹਮਲਾਵਰ ਸੀ ਜੋ ਉਸਦੇ ਵਿਵਹਾਰ ਤੋਂ ਇੰਨੀ ਘਬਰਾ ਗਈ ਕਿ ਉਸਨੇ ਪੁਲਿਸ ਨੂੰ ਸੂਚਿਤ ਕੀਤਾ, ਇਹ ਸੋਚਦੇ ਹੋਏ ਕਿ ਉਹ ਇੱਕ ਜਾਲੀ ਪੁਲਿਸ ਅਧਿਕਾਰੀ ਹੋ ਸਕਦਾ ਹੈ। ਲੌਰੀ ਨੇ ਕਿਹਾ ਕਿ ਮੈਟਰੋਪੋਲੀਟਨ ਪੁਲਿਸ ਪੇਸ਼ੇਵਰ ਰਵੱਈਆ, ਇਮਾਨਦਾਰੀ, ਹਿੰਮਤ ਅਤੇ ਇਮਾਨਦਾਰੀ ਦੀਆਂ ਕਦਰਾਂ ਕੀਮਤਾਂ ਤੋਂ ਪ੍ਰੇਰਿਤ ਹੈ ਜੋ ਬਿਹਤਰ ਸੇਵਾਵਾਂ ਦੇਣੀਆਂ ਚਾਹੁੰਦੀਆਂ ਨੇ ਔਰ ਉਹਨਾਂ ਨੇ ਕਿਹਾ ਕਿ ਅਸੀਂ ਅਤੇ ਲੋਕ ਉਮੀਦ ਕਰਦੇ ਹਾਂ ਕਿ ਸਾਡੇ ਅਧਿਕਾਰੀ ਵਧੀਆ ਸੇਵਾਵਾਂ ਦੇਣਗੇ। ਅਜਿਹਾ ਨਾ ਕਰਨ ਤੇ ਅਸੀਂ ਲੋੜੀਂਦੇ ਕਦਮ ਚੁੱਕਾਂਗੇ। ਅਦਾਲਤ ਵਿੱਚ ਦੱਸਿਆ ਗਿਆ ਹੈ ਕਿ ਘਟਨਾ ਸਮੇਂ ਲੋਟੇ ਡਿਊਟੀ ਤੇ ਨਹੀਂ ਸੀ। ਔਰਤ ਨੇ ਅਧਿਕਾਰੀ ਅਤੇ ਉਸਦੇ ਵਾਹਨ ਦੀ ਤਸਵੀਰ ਖਿੱਚੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਉਸ ਦਾ ਡਾਇਰੈਕਟੋਰੇਟ ਆਫ ਪ੍ਰੋਫੈਸ਼ਨਲ ਸਟੈਂਡਰਡ ਇਸ ਦੋਸ਼ ਤੋਂ ਜਾਣੂ ਸੀ ਅਤੇ ਅਧਿਕਾਰੀਆਂ ਨੂੰ ਸੀਮਤ ਡਿਊਟੀ ਤੇ ਰੱਖਿਆ ਗਿਆ ਸੀ। ਹੁਣ ਜਦੋਂ ਅਪਰਾਧਕ ਕਾਰਵਾਈ ਖਤਮ ਹੋ ਗਈ ਹੈ ਤਾਂ ਅਧਿਕਾਰੀ ਨੂੰ ਦੁਰਵਿਵਹਾਰ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ।